गुड इवनिंग स्टूडेंट्स। ਹੁਣ ਆਪਾਂ ਅੱਜ ਨੈਕਸਟ ਸੈਸ਼ਨ ਸਟਾਰਟ ਕਰ ਰਹੇ ਹਾਂ ਜਿਸ ਦਾ ਨਾਮ ਹੈ ਸੈਸ਼ਨ ਨੰਬਰ 4 ਕਮਿਊਨੀਕੇਸ਼ਨ ਸਾਈਕਲ ਐਂਡ ਇੰਪੋਰਟੈਂਸ ਆਫ ਫੀਡਬੈਕ। ਠੀਕ ਹੈ, ਤਾਂ ਇਸ ਦੇ ਵਿੱਚ ਰਾਜੇ ਕਮਿਊਨੀਕੇਸ਼ਨ ਸਾਈਕਲ ਜਿਹੜਾ ਆਪਾਂ ਨੇ ਪੜ੍ਹਿਆ ਹੈ, ਜਿਵੇਂ ਕਿ ਇੱਕ ਸੈਂਡਰ ਹੁੰਦਾ ਹੈ, ਉਸ ਦੇ ਵਿੱਚ ਕਮਿਊਨੀਕੇਸ਼ਨ ਕਰਨ ਲਈ ਉਹਨੂੰ ਇੱਕ ਰਿਸੀਵਰ ਦੀ ਲੋੜ ਹੁੰਦੀ ਹੈ। ਠੀਕ ਹੈ, ਇੱਕ ਸੈਂਡਰ, ਠੀਕ ਹੈ, ਦੈਨ ਰਿਸੀਵਰ। ਇਸ ਦੇ ਵਿੱਚ ਕੀ ਆ ਜਾਏਗੀ, ਉੱਥੇ ਇਨਫੋਰਮੇਸ਼ਨ ਆ ਜਾਏਗੀ। ਠੀਕ ਹੈ, ਰਿਸੀਵਰ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਸਾਨੂੰ ਰਿਸੀਵਰ ਬਾਅਦ ਚ ਵਾਪਸ ਕਰਕੇ ਦਊਗਾ ਉਹਨੂੰ ਆਪਾਂ ਐਜ਼ ਏ ਫੀਡਬੈਕ ਕੰਸੀਡਰ ਕਰਦੇ ਹਾਂ। ਠੀਕ ਹੈ, ਉਹ ਫਿਰ ਕੀ ਹੈ, ਸੈਂਡਰ ਕੋਲ ਜਾਂਦੀ ਆ। ਤਾਂ ਹੁਣ ਇਸ ਲੈਸਨ ਅਸੀਂ ਕੀ ਪੜਾਂਗੇ, ਕਮਿਊਨੀਕੇਸ਼ਨ ਸਾਈਕਲ ਐਂਡ ਇੰਪੋਰਟੈਂਸ ਆਫ ਫੀਡਬੈਕ, ਵੀ ਜਿਹੜੀ ਫੀਡਬੈਕ ਹੈ ਉਸਦਾ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਹੈ। ਠੀਕ ਹੈ, ਫੀਡਬੈਕ ਦਾ। ਤਾਂ ਫੀਡਬੈਕ, ਪਹਿਲਾਂ ਫੀਡਬੈਕ ਕਿਸੇ ਨੂੰ ਪਤਾ ਫੀਡਬੈਕ ਕੀ ਹੁੰਦੀ ਹੈ? ਕੈਮਰਾ ਔਨ ਕਰ ਸਕਦੇ ਹੋ ਤੁਸੀਂ ਸਾਰੇ ਜਣੇ। ਕਿਸੇ ਨੂੰ ਫੀਡਬੈਕ ਸ਼ਬਦ ਤੋਂ ਮਤਲਬ ਪਤਾ ਕੀ ਹੁੰਦਾ ਹੈ? ਯੈਸ ਔਰ ਨੋ? ਆਪਣੀ ਜੀ ਰਾਏ ਦੇਣਾ ਉਸ ਟੌਪਿਕ ਤੇ ਵੀ। ਓਕੇ, ਠੀਕ ਹੈ। ਹਾਂਜੀ, ਫੀਡਬੈਕ ਦਾ ਮਤਲਬ ਹੁੰਦਾ ਕਿ ਮਤਲਬ ਮੈਂ ਤੁਹਾਨੂੰ ਕੋਈ ਚੀਜ਼ ਸਮਝਾ ਰਹੀ ਹਾਂ, ਮੈਂ ਸੈਂਡਰ ਹਾਂ, ਮੈਂ ਤੁਹਾਨੂੰ ਕੋਈ ਇਨਫੋਰਮੇਸ਼ਨ ਦੇ ਰਹੀ ਹਾਂ, ਤੁਸੀਂ ਰਿਸੀਵਰ ਹੋ। ਜਦੋਂ ਉਹੀ ਚੀਜ਼ ਨੂੰ ਮੈਂ ਦੁਬਾਰਾ ਤੋਂ ਪੁੱਛ ਰਹੀ ਹਾਂ ਵੀ ਤੁਹਾਨੂੰ ਉਹ ਚੀਜ਼ ਸਮਝ ਆ ਗਈ ਕਿ ਨਹੀਂ ਆ ਗਈ, ਤੁਸੀਂ ਉਹਨੂੰ ਆਪਣੇ ਸ਼ਬਦਾਂ ਦੇ ਵਿੱਚ ਜਦੋਂ ਬਿਆਨ ਕਰਦੇ ਹੋ, ਉਹ ਇੱਕ ਤਰ੍ਹਾਂ ਦੀ ਫੀਡਬੈਕ ਹੁੰਦੀ ਹੈ। ਠੀਕ ਹੈ, ਤਾਂ ਫੀਡਬੈਕ ਲੈਣ ਦਾ ਫਾਇਦਾ ਕੀ ਹੁੰਦਾ ਹੈ ਕਿ ਇੱਕ ਤਾਂ ਜਿਹੜਾ ਸੈਂਡਰ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਰਿਸੀਵਰ ਹੈ ਉਸਨੂੰ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੈ। ਠੀਕ ਹੈ, ਤਾਂ ਫੀਡਬੈਕ ਕੀ ਹੈ, ਕਹਿੰਦੇ ਫੀਡਬੈਕ ਇਜ਼ ਐਨ ਇੰਪੋਰਟੈਂਟ ਪਾਰਟ ਆਫ ਦਾ ਕਮਿਊਨੀਕੇਸ਼ਨ ਸਾਈਕਲ। ਜਿਹੜਾ ਸਾਡਾ ਕਮਿਊਨੀਕੇਸ਼ਨ ਸਾਈਕਲ ਹੁੰਦਾ ਹੈ, ਇਹ ਫੀਡਬੈਕ ਉਸਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਾਰਟ ਹੈ। ਕਿਉਂ ਪਾਰਟ ਹੈ? ਕਿਉਂਕਿ ਜਦੋਂ ਵੀ ਅਸੀਂ ਕੋਈ ਇਨਫੋਰਮੇਸ਼ਨ ਸੈਂਡਰ ਜੋ ਕੋਈ ਵੀ ਇਨਫੋਰਮੇਸ਼ਨ ਹੁੰਦੀ, ਜੋ ਵੀ ਸੈਂਡਰ ਰਿਸੀਵਰ ਨੂੰ ਸੈਂਡ ਕਰਦਾ ਹੈ, ਤਾਂ ਉਸਦੇ ਰਾਹੀਂ ਉਸਨੂੰ ਇੱਕ ਮੈਸੇਜ ਮਿਲ ਜਾਂਦਾ ਹੈ ਕਿ ਜੋ ਵੀ ਮੈਂ ਇਸ ਚੀਜ਼ ਪਰਸਨ ਨੂੰ ਸਮਝਾਈ ਹੈ, ਉਹ ਐਜ਼ ਏ ਫੀਡਬੈਕ ਜਦੋਂ ਉਹਦੇ ਕੋਲ ਵਾਪਸ ਆਉਂਦੀ ਹੈ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਨੇ ਜੋ ਵੀ ਉਸਨੂੰ ਚੀਜ਼ ਸਮਝਾਈ ਹੈ ਉਹ ਉਸਨੂੰ ਸਮਝ ਆ ਗਈ ਹੈ। ਠੀਕ ਹੈ, ਜਦੋਂ ਵੀ ਕਹਿੰਦੇ ਕੋਈ ਵੀ ਸੈਂਡਰ ਕੋਈ ਵੀ ਇਨਫੋਰਮੇਸ਼ਨ ਜਦੋਂ ਰਿਸੀਵਰ ਨੂੰ ਦਿੰਦਾ ਹੈ ਤਾਂ ਰਿਸੀਵਰ ਪ੍ਰੋਵਾਈਡਸ ਫੀਡਬੈਕ ਔਨ ਦਾ ਰਿਸੀਵਡ ਮੈਸੇਜ। ਤਾਂ ਰਿਸੀਵਰ ਕੀ ਕਰਦਾ ਗਾ, ਇੱਕ ਫੀਡਬੈਕ ਪ੍ਰੋਵਾਈਡ ਕਰਦਾ ਹੈ। ਜਿਹੜਾ ਵੀ ਉਹਨੇ ਮੈਸੇਜ ਸੁਣਿਆ ਹੁੰਦਾ ਹੈ ਉਹ ਉਸਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਦਾ ਹੈ। ਕਹਿਣ ਦਾ ਭਾਵ ਇਹੀ ਹੈ ਕਿ ਜਦੋਂ ਵੀ ਆਪਾਂ ਕਿਸੇ ਤੋਂ ਫੀਡਬੈਕ ਲੈਣੀ ਹੈ, ਜਿਵੇਂ ਮੈਂ ਤੁਹਾਨੂੰ ਸਮਝਾਇਆ ਹੈ, ਜਦੋਂ ਤੁਸੀਂ ਉਹੀ ਚੀਜ਼ ਨੂੰ ਦੁਬਾਰਾ ਤੋਂ ਮੈਨੂੰ ਦੱਸੋਗੇ ਆਪਣੇ ਸ਼ਬਦਾਂ ਦੇ ਵਿੱਚ, ਤਾਂ ਮੈਨੂੰ ਸਮਝ ਆ ਜਾਊਗਾ ਕਿ ਤੁਹਾਨੂੰ ਉਹ ਚੀਜ਼ ਚੰਗੀ ਤਰ੍ਹਾਂ ਸਮਝ ਆ ਗਈ ਹੈ। ਉਸਨੂੰ ਅਸੀਂ ਕੀ ਕਹਿ ਦਿੰਦੇ ਹਾਂ, ਫੀਡਬੈਕ ਕਹਿ ਦਿੰਦੇ ਹਾਂ। ਜ਼ਿਆਦਾ ਉਲਝਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਆਪਾਂ ਕਰਦੇ ਹਾਂ, ਉਸ ਤੋਂ ਬਾਅਦ ਜਦੋਂ ਵੀ ਕਹਿੰਦੇ ਕੋਈ ਪਰਸਨ ਤੁਹਾਡੇ ਅਕੋਰਡਿੰਗ ਕੰਮ ਕਰਦਾ ਹੈ ਐਂਡ ਕੰਮ ਨੂੰ ਵਧੀਆ ਪਰਫਾਰਮ ਕਰਦਾ ਹੈ, ਤਾਂ ਅਸੀਂ ਉਸਨੂੰ ਫੀਡਬੈਕ ਦਿੰਦੇ ਹਾਂ। ਜਿਵੇਂ ਮੈਂ ਤੁਹਾਨੂੰ ਕਹਿੰਦਾ ਵੈਲ ਡਨ, ਗੁੱਡ, ਵੈਰੀ ਗੁੱਡ, ਤਾਂ ਇਹ ਕੀ ਹੋ ਗਈ, ਸਾਡੀ ਇੱਕ ਫੀਡਬੈਕ ਹੋ ਗਈ ਹੈ। ਠੀਕ ਹੈ, ਤਾਂ ਫੀਡਬੈਕ ਦੇ ਵਿੱਚ ਕੀ ਹੁੰਦਾ ਹੈ, ਜਦੋਂ ਤੁਸੀਂ ਵਧੀਆ ਕੰਮ ਕਰੋਗੇ ਤਾਂ ਮੈਂ ਤੁਹਾਨੂੰ ਹਮੇਸ਼ਾ ਫੀਡਬੈਕ ਦੂੰਗੀ। ਠੀਕ ਹੈ, ਇਹ ਗੁੱਡ ਫੀਡਬੈਕ ਇਜ਼ ਆਲਵੇਜ਼ ਸਪੈਸੀਫਿਕ, ਹੈਲਪਫੁਲ, ਕਾਈਂਡ। ਠੀਕ ਹੈ, ਜਦੋਂ ਵੀ ਅਸੀਂ ਕਿਸੇ ਨੂੰ ਅੱਛੀ ਵਾਲੀ ਫੀਡਬੈਕ ਦਿੰਦੇ ਹਾਂ ਤਾਂ ਉਹ ਇੱਕ ਕੀ ਹੁੰਦੀ ਹੈ, ਦੂਸਰੇ ਵਿਅਕਤੀ ਲਈ ਹੈਲਪਫੁਲ ਹੁੰਦੀ ਹੈ, ਉਸਨੂੰ ਮਦਦ ਮਿਲਦੀ ਹੈ, ਉਸਦੇ ਵਿੱਚ ਕੀ ਹੁੰਦਾ, ਕੌਨਫੀਡੈਂਸ ਲੈਵਲ ਵੀ ਇਨਕਰੀਜ਼ ਹੁੰਦਾ ਹੈ। ਠੀਕ ਹੈ, ਅੱਗੇ ਨਾ ਜੀ ਆਪਾਂ ਗੱਲ ਕਰਦੇ ਹਾਂ ਟਾਈਪ ਆਫ ਫੀਡਬੈਕ। ਜਿਹੜੀ ਫੀਡਬੈਕ ਹੁੰਦੀ ਹੈ ਉਹ ਕਿਹੜੀਆਂ ਹੁੰਦੀਆਂ ਨੇ? ਜੋ ਸਾਡੀਆਂ ਫੀਡਬੈਕ ਹੁੰਦੀਆਂ ਨੇ ਉਹ 3 ਤਰ੍ਹਾਂ ਦੀ ਹੁੰਦੀਆਂ ਨੇ। ਇੱਕ ਹੁੰਦੀ ਹੈ ਪੋਜ਼ਿਟਿਵ ਫੀਡਬੈਕ, ਜਿਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਫੋਟੋ ਦੇ ਵਿੱਚ 2 ਥੰਬ ਹੈ, ਉਹ ਅਪ ਕੀਤਾ ਹੋਇਆ ਹੈ। ਠੀਕ ਹੈ, ਨੈਗੇਟਿਵ ਫੀਡਬੈਕ ਕੀ ਹੁੰਦੀ ਹੈ, ਜਿਸ ਦੇ ਵਿੱਚ ਸਾਨੂੰ ਕਿਸੇ ਦੀ ਕਹੀ ਹੋਈ ਗੱਲ ਸਮਝ ਨਹੀਂ ਆਉਂਦੀ ਜਾਂ ਸਾਨੂੰ ਉਹ ਚੀਜ਼ ਵਧੀਆ ਨਹੀਂ ਲੱਗਦੀ, that time we can say negative feedback। ਉਸ ਤੋਂ ਬਾਅਦ ਇੱਕ ਹੁੰਦੀ ਹੈ ਨੋ ਫੀਡਬੈਕ। ਨੋ ਫੀਡਬੈਕ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਫੀਡਬੈਕ ਨਹੀਂ ਦੇਣੀ, ਨਾ ਨੈਗੇਟਿਵ ਦੇਣੀ ਹੈ ਨਾ ਪੋਜ਼ਿਟਿਵ ਦੇਣੀ ਹੈ। ਠੀਕ ਹੈ, ਤਾਂ ਫੀਡਬੈਕ ਕਿੱਥੇ ਦੇਖ ਸਕਦੇ ਹੋ ਤੁਸੀਂ? ਮੰਨ ਲਓ ਤੁਸੀਂ ਕਿਸੇ ਵਿਜ਼ਿਟ ਤੇ ਗਏ ਹੋ ਜਾਂ ਤੁਹਾਡੇ ਮੈਂ ਕੋਈ ਗੈਸਟ ਲੈਕਚਰ ਕੰਡਕਟ ਕਰਵਾਇਆ ਹੈ। ਠੀਕ ਹੈ, ਜਿਹੜੇ ਵੀ ਗੈਸਟ ਲੈਕਚਰਾਰ ਨੇ ਤੁਹਾਨੂੰ ਕੋਈ ਗੈਸਟ ਲੈਕਚਰ ਦਿੱਤਾ ਹੈ ਜਾਂ ਫੀਡਬੈਕ ਆਪਣੀ ਫੀਲਡ ਵਿਜ਼ਿਟ ਤੇ ਕੋਈ ਵੀ ਉਸਨੇ ਤੁਹਾਨੂੰ ਕੋਈ ਚੀਜ਼ ਦਿਖਾਈ ਹੈ, ਐਂਡ ਦੇ ਵਿੱਚ ਤੁਹਾਨੂੰ ਕਈ ਟੀਚਰ ਕੋਈ ਪਰਫਾਰਮੇ ਦਿੰਦੇ ਹੁੰਦੇ ਨੇ ਨਾ, ਜਿਹਦੇ ਵਿੱਚ ਦੱਸਦੇ ਆ ਤੁਹਾਨੂੰ ਕੀ ਚੀਜ਼
ਸਮਝ ਆਈ, ਕੀ ਚੀਜ਼ ਨਹੀਂ ਸਮਝ ਲੱਗੀ, ਕੀ ਚੀਜ਼ ਉਰੇ ਵਧੀਆ ਲੱਗੀ, ਹਨਾ। ਏਦਾਂ ਦੇ ਪਰਫਾਰਮੇ ਦੇਖੇ ਨੇ ਨਾ ਤੁਸੀਂ? ਯੈਸ ਔਰ ਨੋ? ਏਦਾਂ ਦੇ ਰਾਜੀ ਪਰਫਾਰਮੇ ਦੇਖੇ ਨੇ? ਯੈਸ ਔਰ ਨੋ? ਹਾਂਜੀ ਹਾਂ ਹਾਂਜੀ ਠੀਕ ਹੈ। ਤਾਂ ਜਦੋਂ ਵੀ ਤੁਸੀਂ ਏਦਾਂ ਦਾ ਕੋਈ ਪਰਫਾਰਮੈਂਸ ਭਰਦੇ ਹੋ, ਜਿਵੇਂ ਮੰਨ ਲਓ ਮੈਂ ਤੁਹਾਨੂੰ ਇਹ ਲੈਕਚਰ ਦਿੱਤਾ, ਐਂਡ ਦੇ ਵਿੱਚ ਮੈਂ ਕਿਹਾ ਵੀ ਜਦੋਂ ਮੈਂ ਇਹ ਵੀਡੀਓ ਨੂੰ ਅਪਲੋਡ ਕਰੂੰਗੀ ਤਾਂ ਤੁਸੀਂ ਮੈਨੂੰ ਫੀਡਬੈਕ ਦੇਣੀ ਹੈ। ਤਾਂ ਫੀਡਬੈਕ ਤੁਸੀਂ ਮੈਨੂੰ ਕਿੱਥੋਂ ਦੋਗੇ? ਕਮੈਂਟ ਬਾਕਸ ਦੇ ਵਿੱਚ ਦੋਗੇ ਨਾ ਫੀਡਬੈਕ। ਤਾਂ ਫੀਡਬੈਕ ਹਾਂਜੀ ਨਾਲ ਕੀ ਹੁੰਦਾ ਗਾ, ਇੱਕ ਤਾਂ ਬੰਦੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੈਂ ਉਸ ਪਰਸਨ ਨੂੰ ਕਿੱਦਾਂ ਦਾ ਟਰੀਟ ਕੀਤਾ, ਕਿੱਦਾਂ ਦੀ ਉਹਨੂੰ ਨੌਲੇਜ ਪ੍ਰੋਵਾਈਡ ਕੀਤੀ ਆ, ਕਿੱਦਾਂ ਦੀ ਇਨਫੋਰਮੇਸ਼ਨ ਮੈਂ ਪ੍ਰੋਵਾਈਡ ਕੀਤੀ ਆ, ਠੀਕ ਹੈ। ਉਸੇ ਹਿਸਾਬ ਨਾਲ ਲੋਕ ਕੀ ਕਰਦੇ ਨੇ, ਫੀਡਬੈਕ ਦਿੰਦੇ ਨੇ। ਜਿਵੇਂ ਕੋਈ ਤੁਸੀਂ ਰੀਅਲ ਆਪਣਾ ਜਿਹੜੇ ਹੁੰਦੇ ਨੇ ਰੀਅਲ ਸ਼ੋਅ ਹੁੰਦੇ ਨੇ, ਜਿਹਨੂੰ ਆਪਾਂ ਰਿਐਲਿਟੀ ਸ਼ੋਅ ਕਹਿੰਦੇ ਆ, ਉਹਦੇ ਵਿੱਚ ਜਿਵੇਂ ਕੋਈ ਡਾਂਸ ਪਰਫਾਰਮੈਂਸ ਹੋਊਗੀ ਜਾਂ ਸਿੰਗਿੰਗ ਪਰਫਾਰਮੈਂਸ ਹੋਊਗੀ, ਠੀਕ ਹੈ। ਉਸ ਦੇ ਵਿੱਚ ਜਦੋਂ ਕੋਈ ਵੀ ਪਰਫਾਰਮੈਂਸ ਕਰਦਾ ਗਾ ਕੈਂਡੀਡੇਟ, ਤਾਂ ਜਿਹੜਾ ਜੱਜ ਹੁੰਦਾ ਉਹਨੂੰ ਕਈ ਵਾਰ ਨੰਬਰ ਵੀ ਦਿੰਦਾ ਹੁੰਦਾ, ਹਨਾ, ਮੈਂ ਤੁਹਾਨੂੰ ਇੰਨੇ ਨੰਬਰ ਦੇ ਰਿਹਾ। ਇਹ ਤਾਂ ਸਾਰਿਆਂ ਨੂੰ ਪਤਾ ਹੀ ਆ। ਯੈਸ ਔਰ ਨੋ? ਹਾਂਜੀ ਹਾਂਜੀ ਹਨਾ। ਤਾਂ ਹਾਂਜੀ ਇਹ ਵੀ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਫੀਡਬੈਕ ਹੁੰਦੀ ਆ। ਤਾਂ ਸਭ ਤੋਂ ਪਹਿਲਾਂ ਆਪਾਂ ਪੋਜ਼ਿਟਿਵ ਫੀਡਬੈਕ ਦੀ ਗੱਲ ਕਰਦੇ ਹਾਂ। ਜਿਹੜੀ ਪੋਜ਼ਿਟਿਵ ਫੀਡਬੈਕ ਹੁੰਦੀ ਆ, ਇਸ ਦੇ ਵਿੱਚ ਕੀ ਹੁੰਦਾ ਗਾ, ਜਦੋਂ ਵੀ ਕੋਈ ਪਰਸਨ ਕਹਿੰਦੇ ਕੰਮ ਖਤਮ ਕਰਦਾ ਹੈ ਤਾਂ ਅਸੀਂ ਉਹਨੂੰ ਹਮੇਸ਼ਾ ਗ੍ਰੇਟ ਜੌਬ ਕਹਿਣਾ ਗਾ, ਠੀਕ ਹੈ। ਗ੍ਰੇਟ ਜੌਬ, ਇਹਦਾ ਮਤਲਬ ਕੀ ਆ, ਉਸਨੂੰ ਹੌਸਲਾ ਮਿਲੇਗਾ ਕਿ ਮੈਨੇ ਜੋ ਵੀ ਕੰਮ ਕੀਤਾ ਹੈ ਵਧੀਆ ਕੀਤਾ ਹੈ। ਜਾਂ ਤੁਸੀਂ ਇਹ ਕਹਿ ਸਕਦੇ ਹੋ, ਆਈ ਰੀਅਲੀ ਐਪਰੀਸ਼ੀਏਟ ਯੂ ਟੇਕਿੰਗ ਦੈਟ ਕਾਲ, ਠੀਕ ਹੈ। ਕੈਨ ਯੂ ਪਲੀਜ਼ ਆਲਸੋ ਸ਼ੇਅਰ ਦਾ ਡਿਟੇਲਸ। ਮਤਲਬ ਤੁਸੀਂ ਕਿਸੇ ਕੋਲ ਗਏ ਹੋ ਤਾਂ ਤੁਸੀਂ ਕਿਸੇ ਨੂੰ ਇਹ ਸੈਂਟੈਂਸ ਕਹਿ ਸਕਦੇ ਹੋ ਵੀ ਜਿਹੜਾ ਵੀ ਤੁਸੀਂ ਇਹ ਕੰਮ ਕੀਤਾ ਹੈ, ਮੈਂ ਇਸਨੂੰ ਐਪਰੀਸ਼ੀਏਟ ਕਰਦਾ ਹਾਂ, ਕਿ ਤੁਸੀਂ ਮੈਨੂੰ ਹੋਰ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਨੈਗੇਟਿਵ ਫੀਡਬੈਕ ਕੀ ਹੁੰਦੀ ਹੈ? ਨੈਗੇਟਿਵ ਫੀਡਬੈਕ, ਯੂ ਕੀਪ ਫॉरगेटिंग ਟੂ ਸਮਾਈਲ ਐਟ ਦਾ ਹੋਟਲ ਗੈਸਟ ਵੈਨ ਯੂ ਟਾਕ ਟੂ ਦੈਮ, ਠੀਕ ਹੈ। ਮੀਨਸ ਇਹਨਾਂ ਨੇ ਕੋਈ ਤੁਹਾਡੀ ਹੋਟਲ ਦੀ ਐਗਜ਼ਾਮਪਲ ਲਿੱਤੀ ਹੈ ਵੀ ਤੁਸੀਂ ਕਿਸੇ ਨਾਲ ਕੋਈ ਪਰਸਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਤੁਹਾਨੂੰ ਉਸਦੀ ਸ਼ਾਇਦ ਕੋਈ ਗੱਲ ਅੱਛੀ ਨਹੀਂ ਲੱਗੀ ਜਾਂ ਸਮਝ ਨਹੀਂ ਆ ਰਹੀ, ਤਾਂ ਤੁਸੀਂ ਉਸਨੂੰ ਪ੍ਰੋਪਰ ਰਿਸਪੌਂਸ ਨਹੀਂ ਦੇ ਰਹੇ, ਤਾਂ ਇਹ ਕੀ ਹੋ ਜਾਏਗਾ, ਇੱਕ ਨੈਗੇਟਿਵ ਫੀਡਬੈਕ ਹੋ ਜਾਏਗਾ। ਯੂ ਟੇਕ ਰੀਅਲੀ ਲੌਂਗ ਟੂ ਰਿਪਲਾਈ ਟੂ ਈਮੇਲਸ, ਆਰ ਯੂ ਆਲਵੇਜ਼ ਸੋ ਬਿਜ਼ੀ। ਜਾਂ ਆਪਾਂ ਨੂੰ ਕੋਈ ਪਰਸਨ ਮੇਲ ਕਰ ਰਿਹਾ ਬਟ ਅਸੀਂ ਉਸਨੂੰ ਪ੍ਰੋਪਰ ਟਾਈਮ ਤੇ ਮੇਲ ਦਾ ਰਿਪਲਾਈ ਨਹੀਂ ਕਰ ਰਹੇ, ਤਾਂ ਇਹ ਵੀ ਸਾਡੇ ਲਈ ਇੱਕ ਕੀ ਹੋਗੀ, ਨੈਗੇਟਿਵ ਫੀਡਬੈਕ ਹੋਗੀ, ਠੀਕ ਹੈ। ਜਿਹੜੀ ਰਾਜੀ ਨੋ ਫੀਡਬੈਕ ਹੁੰਦੀ ਹੈ, ਇਹ ਆਪਣੇ ਆਪ ਦੇ ਵਿੱਚ ਵੀ ਨੈਗੇਟਿਵ ਹੀ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਪਰਸਨ ਨੂੰ ਕੋਈ ਫੀਡਬੈਕ ਹੀ ਨਹੀਂ ਦਿੱਤੀ ਤਾਂ ਮੋਸਟਲੀ ਲੋਕ ਸਮਝ ਜਾਂਦੇ ਨੇ ਵੀ ਇਹ ਨੈਗੇਟਿਵ ਹੀ ਹੁੰਦੀ ਆ, ਠੀਕ ਹੈ। ਇਟ ਇਜ਼ ਆਲਸੋ ਅ ਫੀਡਬੈਕ in itself which indicates disagreement of ideas, ਠੀਕ ਹੈ। ਇਹਦਾ ਮਤਲਬ ਕੀ ਆ ਕਿ ਇਹ ਆਪਣੇ ਆਪ ਦੇ ਵਿੱਚ ਹੀ ਨੈਗੇਟਿਵ ਹੁੰਦੀ ਹੈ, ਕਿ ਤੁਸੀਂ ਕਿਸੇ ਪਰਸਨ ਨੂੰ ਕੋਈ ਸਲਾਹ ਦਿੱਤੀ, ਨਾ ਉਹਨੇ ਹਾਂ ਕਿਹਾ ਨਾ ਉਹਨੇ ਨਾ ਕਿਹਾ, ਤਾਂ ਇਟ ਮੀਨਸ ਉਸਨੂੰ ਤੁਹਾਡੇ ਆਈਡੀਆਜ਼ ਨੇ ਜੋ ਉਹ ਪਸੰਦ ਨਹੀਂ ਆਏ, ਠੀਕ ਹੈ। ਤਾਂ ਇਹਨੂੰ ਅਸੀਂ ਕੀ ਕਹਿੰਦੇ ਆ, ਨੋ ਫੀਡਬੈਕ ਕਹਿ ਦਿੰਦੇ ਆ, ਠੀਕ ਹੈ। ਤਾਂ ਜੋ ਸਾਡੀ ਫੀਡਬੈਕ ਹੁੰਦੀ ਹੈ ਰਾਜੀ, ਕਿੰਨੇ ਤਰ੍ਹਾਂ ਦੀ ਹੁੰਦੀ ਹੈ? 3 ਤਰ੍ਹਾਂ ਦੀ ਜੀ। ਕਿਹੜੀ ਕਿਹੜੀ ਹੁੰਦੀ ਹੈ? ਪੋਜ਼ਿਟਿਵ, ਨੈਗੇਟਿਵ, ਨੋ ਫੀਡਬੈਕ। ਹਾਂ ਠੀਕ ਹੈ, ਓਕੇ। ਦੇਖੋ ਹੁਣ ਇਹਦੇ ਵਿੱਚ ਵੀ ਉਹੀ ਲਿਖਿਆ ਹੋਇਆ ਤੁਹਾਡੀ, ਤੁਸੀਂ ਇਹ ਪੰਜਾਬੀ ਦੇ ਵਿੱਚ ਤੁਹਾਨੂੰ ਨੋਟ ਸ਼ੇਅਰ ਕੀਤੀ ਹੋਈ ਹੈ ਬੁੱਕ, ਤਾਂ ਤੁਸੀਂ ਨੋਟਬੁੱਕ ਤੇ ਕੀ ਲਿਖਣਾ ਗਾ, ਫੀਡਬੈਕ ਦੀਆਂ ਕਿਸਮਾਂ ਲਿਖਣੀਆਂ ਨੇ, ਜਿਹੜੀ ਹੁੰਦੀ ਹੈ ਪੋਜ਼ਿਟਿਵ, ਨੈਗੇਟਿਵ ਐਂਡ ਕੋਈ ਫੀਡਬੈਕ ਨਹੀਂ, ਠੀਕ ਹੈ। ਐਂਡ ਜੋ ਫੀਡਬੈਕ ਦੀ ਡੈਫੀਨੇਸ਼ਨ ਆ, ਤੇ ਇੱਕ ਇਹ ਜਿਹੜਾ ਆਪਣਾ ਚਾਰਟ ਬਣਿਆ ਹੋਇਆ ਸੰਚਾਰ ਚੱਕਰ ਦਾ, ਤੁਸੀਂ ਇਹ ਲਿਖਣਾ ਗਾ, ਠੀਕ ਹੈ। ਐਂਡ ਉਸ ਤੋਂ ਬਾਅਦ ਰਾਜੇ ਆਪਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਨੈਕਸਟ ਕੀ ਹੈ। ਵੈਸੇ ਤਾਂ ਇਸ ਦੇ ਵਿੱਚ ਇੰਨਾ ਕੀ ਇੰਪੋਰਟੈਂਟ ਆ, ਫਿਰ ਅੱਗੇ ਨੈਕਸਟ ਦੇਖਦੇ ਹਾਂ ਆਪਾਂ ਕੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਗੁੱਡ ਫੀਡਬੈਕ ਹੁੰਦੀ ਆ ਉਸਦੇ ਕੀ ਪੁਆਇੰਟ ਹੁੰਦੇ ਨੇ, ਠੀਕ ਹੈ। ਜਿਹੜੀ ਗੁੱਡ ਫੀਡਬੈਕ ਹੁੰਦੀ ਆ ਉਸ ਦੇ ਵਿੱਚ ਕਿਹੜੀ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ, ਤਾਂ ਉਸ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ, ਸਪੈਸੀਫਿਕ, ਟਾਈਮਲੀ, ਪੋਲਾਈਟ, ਆਫਰਿੰਗ ਕੰਟੀਨਿਊਸ ਸਪੋਰਟ, ਠੀਕ ਹੈ। ਮਤਲਬ ਕੀ ਹੁੰਦਾ ਸਪੈਸੀਫਿਕ, ਕੀ ਹੁੰਦਾ ਅਵੋਇਡ ਜਨਰਲ ਕਮੈਂਟਸ, ਟਰਾਈ ਟੂ ਇਨਕਲੂਡ ਐਗਜ਼ਾਮਪਲਸ ਟੂ ਕਲੈਰਿਟੀ ਯੂਅਰ ਸਟੇਟਮੈਂਟ, ਠੀਕ ਹੈ। ਜਦੋਂ ਅਸੀਂ ਆਪਣੀ ਕੋਈ ਗੱਲ ਕਿਸੇ ਪਰਸਨ ਨੂੰ ਸਮਝਾਉਂਦੇ ਹਾਂ ਤਾਂ ਮੋਸਟਲੀ ਅਸੀਂ ਉਸ ਦੇ ਵਿੱਚ
ਸਾਨੂੰ ਕੀ ਆ ਐਗਜ਼ਾਮਪਲਸ ਐਡ ਕਰਨੀਆਂ ਚਾਹੀਦੀਆਂ ਨੇ। ਐਗਜ਼ਾਮਪਲ ਐਡ ਕਰਨ ਨਾਲ ਕੀ ਹੁੰਦਾ, ਲੋਕਾਂ ਨੂੰ ਸਾਡੀ ਗੱਲ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਟਾਈਮਲੀ ਕੀ ਹੁੰਦਾ, ਬੀਇੰਗ ਪ੍ਰੋਮਪਟ ਇਜ਼ ਦਾ ਕੀ, since feedback loses its impact if delayed for too long। ਵੀ ਸਾਨੂੰ ਇਸ ਦੇ ਵਿੱਚ ਟਾਈਮ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਾਨੂੰ ਇਸ ਦੇ ਵਿੱਚ ਰਾਜੇ ਕੀ ਹੈ, ਟਾਈਮ ਦਾ ਵੀ ਮੀਨਸ ਕੀ ਹੁੰਦਾ, ਟਾਈਮ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਓਕੇ, ਵੀ ਜੋ ਵੀ ਅਸੀਂ ਫੀਡਬੈਕ ਦੇਣੀ ਉਹਨੂੰ ਟਾਈਮ ਤੇ ਦੇਣਾ ਚਾਹੀਦਾ। ਐ ਨਾ ਹੋਵੇ ਵੀ ਫੀਡਬੈਕ ਅਸੀਂ 1 ਹਫ਼ਤੇ ਪਹਿਲਾਂ ਦੇਣੀ ਸੀ, ਅਸੀਂ 2 ਹਫ਼ਤੇ ਬਾਅਦ ਦੇ ਰਹੇ ਹਾਂ। ਠੀਕ ਹੈ, ਉਸ ਤੋਂ ਬਾਅਦ ਆ ਜਾਂਦਾ ਪੋਲਾਈਟ। ਪੋਲਾਈਟ ਕੀ ਹੁੰਦਾ, ਵਾਈਲ ਇਟ ਇਜ਼ ਇੰਪੋਰਟੈਂਟ ਟੂ ਸ਼ੇਅਰ ਫੀਡਬੈਕ। ਜਦੋਂ ਵੀ ਅਸੀਂ ਕਿਸੇ ਨਾਲ ਕੋਈ ਫੀਡਬੈਕ ਸ਼ੇਅਰ ਕਰਦੇ ਹਾਂ, ਚਾਹੇ ਬੋਲ ਕੇ ਕਰ ਰਹੇ ਹਾਂ, ਜਦੋਂ ਅਸੀਂ ਬੋਲ ਕੇ ਕਰ ਰਹੇ ਹਾਂ ਤਾਂ ਅਸੀਂ ਕੀ ਹੋਣਾ ਚਾਹੀਦੇ ਹਾਂ, ਪੋਲਾਈਟ ਹੋਣੇ ਚਾਹੀਦੇ ਹਾਂ। ਮਤਲਬ ਸਾਨੂੰ ਵਿਨਮਰਤਾ ਦੇ ਨਾਲ ਬੋਲਣਾ ਚਾਹੀਦਾ ਹੈ, ਸਾਨੂੰ ਗੁੱਸੇ ਦੇ ਨਾਲ ਨਹੀਂ ਬੋਲਣਾ ਚਾਹੀਦਾ ਹੈ। ਠੀਕ ਹੈ, ਉਸ ਤੋਂ ਬਾਅਦ ਹੈਗਾ ਆਫਰਿੰਗ ਕੰਟੀਨਿਊਸ ਸਪੋਰਟ। ਅਗਰ ਸਾਡੀ ਲੋੜ ਹੈ ਕਿਸੇ ਨੂੰ ਤਾਂ ਸਾਨੂੰ ਉਸਨੂੰ ਹੈਲਪ ਦੇਣੀ ਚਾਹੀਦੀ ਹੈ। ਠੀਕ ਹੈ, ਅਸੀਂ ਕੁਝ ਵੀ ਉਸਦੇ ਨਾਲ ਐਜ਼ ਏ ਸਾਡੇ ਆਈਡੀਆਜ਼ ਸ਼ੇਅਰ ਕਰ ਸਕਦੇ ਹਾਂ, ਜਾਂ ਥੋਟਸ ਸ਼ੇਅਰ ਕਰ ਸਕਦੇ ਹਾਂ, ਜਾਂ ਕੋਈ ਉਸਨੂੰ ਫਿਜ਼ੀਕਲ ਹੈਲਪ ਦੇਣੀ ਹੈ। ਇਹ ਸਾਰੀ ਚੀਜ਼ਾਂ ਕੀ ਹੁੰਦੀਆਂ ਨੇ, ਇਸ ਦੇ ਵਿੱਚ ਆ ਜਾਂਦੀਆਂ ਨੇ ਕੰਟੀਨਿਊਸ ਸਪੋਰਟ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਇੰਪੋਰਟੈਂਸ ਆਫ ਫੀਡਬੈਕ। ਫੀਡਬੈਕ ਦੀ ਇੰਪੋਰਟੈਂਸ ਕੀ ਹੈ, ਠੀਕ ਹੈ, ਇਹਦਾ ਮਹੱਤਵ ਕੀ ਹੈ। ਇਸ ਦਾ ਮਹੱਤਵ ਇਹ ਹੈ ਕਿ ਜਦੋਂ ਵੀ ਅਸੀਂ ਕਿਸੇ ਨੂੰ ਫੀਡਬੈਕ ਦਿੰਦੇ ਹਾਂ ਤਾਂ ਇਟ ਵੈਲੀਡੇਟਸ ਇਫੈਕਟਿਵ ਲਿਸਨਿੰਗ। ਮਤਲਬ ਇਹ ਇਫੈਕਟਿਵ ਲਿਸਨਿੰਗ ਨੂੰ ਵਾਧਾ ਕਰਦਾ ਹੈ, ਕਿਉਂਕਿ ਜਦੋਂ ਵੀ ਅਸੀਂ ਕਿਸੇ ਨੂੰ ਦੱਸਦੇ ਹਾਂ ਵੀ ਹਾਂਜੀ ਤੁਸੀਂ ਐਦਾਂ ਕਰਨਾ ਸੀ ਜਾਂ ਐਦਾਂ ਕੀਤਾ, ਬਹੁਤ ਵਧੀਆ ਕੀਤਾ, ਤਾਂ ਜਿਹੜਾ ਸੈਕਿੰਡ ਪਰਸਨ ਹੁੰਦਾ ਉਹ ਸਾਡੀ ਗੱਲ ਨੂੰ ਚੰਗੀ ਤਰ੍ਹਾਂ ਸੁਣਦਾ ਹੈ, ਧਿਆਨ ਨਾਲ ਸੁਣਦਾ ਹੈ। ਇਸ ਦੇ ਨਾਲ ਕੀ ਆ, ਉਹ ਇੱਕ ਇਫੈਕਟਿਵ ਲਿਸਨਿੰਗ ਸਾਡੇ ਵਿੱਚ ਕੀ ਹੈ, ਇੱਕ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਮੋਟੀਵੇਟ। ਜਦੋਂ ਵੀ ਅਸੀਂ ਕਿਸੇ ਨੂੰ ਫੀਡਬੈਕ ਦਿੰਦੇ ਹਾਂ, ਉਸ ਦੇ ਨਾਲ ਪਰਸਨ ਕੀ ਹੁੰਦੇ ਨੇ, ਮੋਟੀਵੇਟ ਹੁੰਦੇ ਨੇ। ਅਸੀਂ ਕਹਿੰਦੇ ਹਾਂ ਹਾਂਜੀ ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ, ਤਾਂ ਅਗਲੀ ਵਾਰ ਜਿਹੜਾ ਪਰਸਨ ਹੁੰਦਾ ਸੋਚਦਾ ਹੈ ਹਾਂ ਮੈਂ ਇਸ ਤੋਂ ਅਗਲੀ ਵਾਰ ਹੋਰ ਵੀ ਵਧੀਆ ਕੰਮ ਕਰਾਂਗਾ। ਐਂਡ ਉਸ ਤੋਂ ਬਾਅਦ ਰਾਜੇ ਆਂਦਾ ਇਟ ਇਜ਼ ਆਲਵੇਜ਼ ਦੇਅਰ। ਠੀਕ ਹੈ, every time can you speak to a person we communicate feedback, so it is impossible not to provide one। ਠੀਕ ਹੈ, ਕਹਿੰਦੇ ਜਦੋਂ ਵੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਉਹ ਇੱਕ ਤਰ੍ਹਾਂ ਦਾ ਕੀ ਹੁੰਦੀ ਹੈ, ਫੀਡਬੈਕ ਹੀ ਹੁੰਦੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸੀ ਜਾ ਰਹੀ ਹੈ ਐਵੇਂ ਕਰਨਾ ਐਵੇਂ ਕਰਨਾ ਐਵੇਂ ਕਰਨਾ। ਠੀਕ ਹੈ, ਉਸ ਤੋਂ ਬਾਅਦ ਹੈਗਾ ਇਟ ਬੂਸਟਸ ਲਰਨਿੰਗ। ਲਰਨਿੰਗ ਮਤਲਬ ਸਿੱਖਣ ਦੀ ਭਾਵਨਾ ਨੂੰ ਇਹ ਪੈਦਾ ਕਰਦਾ ਹੈ। ਜਦ ਤੁਹਾਨੂੰ ਤੁਹਾਡੇ ਕੰਮ ਨੂੰ ਕੋਈ ਵਧੀਆ ਕਹਿੰਦਾ ਹੈ ਤਾਂ ਇਸ ਦੇ ਨਾਲ ਤੁਹਾਡਾ ਹੋਰ ਉਤਸ਼ਾਹ ਵੱਧਦਾ ਹੈ ਤੇ ਤੁਹਾਨੂੰ ਸਿੱਖਣ ਦੀ ਭਾਵਨਾ ਤੁਹਾਡੇ ਵਿੱਚ ਹੋਰ ਜ਼ਿਆਦਾ ਪੈਦਾ ਹੁੰਦੀ ਹੈ। ਉਹ ਤੋਂ ਬਾਅਦ ਹੈਗਾ ਇਟਸ ਇੰਪਰੂਵ ਪਰਫਾਰਮੈਂਸ। ਠੀਕ ਹੈ, ਇਸ ਦੇ ਜਦੋਂ ਵੀ ਅਸੀਂ ਕਿਸੇ ਵਿਅਕਤੀ ਨੂੰ ਫੀਡਬੈਕ ਦਿੰਦੇ ਹਾਂ ਤਾਂ ਉਹ ਉਸਦੀ ਪਰਫਾਰਮੈਂਸ ਨੂੰ ਵੀ ਇੰਪਰੂਵ ਕਰਦਾ ਹੈ। ਠੀਕ ਹੈ, ਤਾਂ ਤੁਸੀਂ ਇਸ ਦੇ ਵਿੱਚ ਮੀਨਸ ਮੋਸਟਲੀ ਇੰਪੋਰਟੈਂਸ ਆਫ ਫੀਡਬੈਕ, ਟਾਈਪ ਆਫ ਫੀਡਬੈਕ ਐਂਡ ਫੀਡਬੈਕ ਦੀ ਜੋ ਡੈਫੀਨੇਸ਼ਨ ਹੈ ਉਹ ਕਰਨੀ ਹੈ। ਸਾਰਿਆਂ ਨੂੰ ਪਤਾ ਲੱਗ ਗਿਆ? ਹਾਂਜੀ। ਓਕੇ, ਚਲੋ ਹੁਣ ਨੀਚੇ MCQ ਆ ਰਹੇ ਨੇ, ਇਹ ਦੇਖਦੇ ਆ। ਕਹਿੰਦੇ ਵਿਚ ਆਫ ਥੀਸ ਆਰ ਐਗਜ਼ਾਮਪਲ ਆਫ ਪੋਜ਼ਿਟਿਵ ਫੀਡਬੈਕ। ਸਾਰੇ ਜਣੇ ਪੜ੍ਹ ਕੇ ਦੱਸੋ ਵੀ ਇਹ 4 ਆਪਸ਼ਨਾਂ ਦੇ ਵਿੱਚੋਂ ਕਿਹੜੀ ਪੋਜ਼ਿਟਿਵ ਫੀਡਬੈਕ ਦੀ ਐਗਜ਼ਾਮਪਲ ਹੈ। ਸਕਰੀਨ ਦਿਖ ਰਹੀ ਹੈ ਸਾਰਿਆਂ ਨੂੰ? ਜੀ excellent, your work has improved। ਆਵਾਜ਼ ਨਹੀਂ ਆ ਰਹੀ, ਕੀ ਕਹਿ ਰਹੇ ਹੋ? Excellent ਜੀ, excellent, your work has improved। ਓਕੇ, ਹੋਰ ਕੋਈ? ਕਿਹੜਾ ਬੱਚੇ ਨੇ ਬੋਲਿਆ ਇਹ? ਮੈਂ ਜੀ। ਮੈਂ ਕੌਣ? ਰਮਨ ਜੀ। ਠੀਕ ਹੈ, ਓਕੇ ਰਮਨ। ਅੱਗੇ ਹੋਰ ਦੱਸੋ ਰਾਜੀ, ਕਿਹੜੇ ਨੇ, ਹੋਰ ਦੱਸੋ। Secondly, I noticed your dedication towards the project। all of the above ਜੀ। ਹਾਂਜੀ, ਆਨਸਰ ਕੀ ਆਏਗਾ? all of the above। ਮਤਲਬ ਸਾਰੀਆਂ ਕੀ ਨੇ ਸਾਡੀਆਂ ਪੋਜ਼ਿਟਿਵ ਫੀਡਬੈਕਸ ਨੇ। ਠੀਕ ਹੈ, ਉਸ ਤੋਂ ਬਾਅਦ ਸਾਰੀਆਂ ਕਿਵੇਂ ਹੋਣਗੀਆਂ ਜੀ? ਪੁੱਤ ਸਾਰੀਆਂ ਦੇਖ, ਐਕਸੀਲੈਂਟ, ਯੂਅਰ ਵਰਕ ਹੈਜ਼ ਇੰਪਰੂਵਡ, ਇਹ ਵੀ ਪੋਜ਼ਿਟਿਵ ਫੀਡਬੈਕ ਆ। I notice your dedication towards the project। ਠੀਕ ਹੈ, ਮੈਂ ਦੇਖ ਰਿਹਾ ਜਾਂ ਮੈਂ ਨੋਟਿਸ ਕਰ ਰਿਹਾ ਵੀ ਤੁਹਾਡੀ ਜਿਹੜੀ ਡੈਡੀਕੇਸ਼ਨ ਆ ਪ੍ਰੋਜੈਕਟ ਦੀ ਤਰਫ ਬਹੁਤ ਅੱਛੀ ਜਾ ਰਹੀ ਹੈ। You are always doing it the wrong way। ਓਕੇ, ਉਹਨਾਂ ਨੇ ਐ ਪੁੱਛਿਆਗਾ ਬੈਸਟ ਆਨਸਰ ਦਾ ਕੁਐਸਚਨ, ਰੀਡ ਦਾ ਕੁਐਸਚਨ
carefully and circle the letter. Best answer ਰਾਜੇ ਇਹਦੇ ਵਿੱਚੋਂ A ਆਏਗਾ, ਠੀਕ ਹੈ। हाँ जी। ਅਗਰ ਆਪਾਂ ਗੱਲ ਕਰੀਏ ਤਾਂ A and B ਆਏਗਾ, ਠੀਕ ਹੈ। ਪੋਜ਼ਿਟਿਵ ਫੀਡਬੈਕ ਦੀਆਂ ਦੋ ਹੋਣਗੀਆਂ। ਨੈਕਸਟ ਹੈਗਾ which of these are examples of negative feedback? Negative feedback ਦੀ ਇਹਨਾਂ ਦੇ ਵਿੱਚੋਂ ਕਿਹੜੀ ਐਗਜ਼ਾਮਪਲ ਆ? I have to tell you this part. First जी, I hate to tell you this, but your drawing skills are poor. This is a good drawing, but you can do better. ਹਾਂਜੀ, ਇਸ ਦੇ ਵਿੱਚ ਜੋ ਹੈ A ਕੀ ਹੈ? Negative feedback. Okay. And ਉਸ ਤੋਂ ਬਾਅਦ which of the following are effective components of a good feedback? ਠੀਕ ਹੈ, ਇਹਨਾਂ ਦੇ ਵਿੱਚ effective component ਕਿਹੜੇ ਨੇ good feedback ਦੇ? Specific जी। ਜ਼ੀਨਤ ਹਾਂਜੀ ਕਿਹੜੇ ਵਾਲੇ? Specific। ਹਾਂਜੀ specific। हाँ जी। ਹਾਂਜੀ ਉਹ ਮਾਈਕ ਕੌਣ ਸੀ ਰਾਜੇ ਤਾਂ मैंने समझ नहीं आया जी ये। हाँ जी। ਕਹਿੰਦਾ which of the following are effective component of good feedback? effective component ਕਿਹੜੇ ਆ? ਹੁਣ ਆਪਾਂ ਪੜ੍ਹ ਕੇ ਹਟੇ ਸੀ, ਆ ਦੇਖੋ ਆ ਵਾਲੇ, ਠੀਕ ਹੈ। ਆ ਦੇਖੋ effect in meaning a good feedback is one of that. ਕਿਹੜੀ ਕਿਹੜੀ ਹੋਏਗੀ? specific timely polite offering continuous support, ਠੀਕ ਹੈ। ਤਾਂ ਉਸ ਦੇ ਵਿੱਚ ਕੀ ਦਿੱਤਾ ਹੋਇਆ ਸੀ? ठीक है जी। ਇਸ ਦੇ ਵਿੱਚ ਸੀ That's detailed and time consuming। time consuming ਵਾਲੀ ਤਾਂ ਹੈ ਨਹੀਂ, ਟਾਈਮ ਜ਼ਿਆਦਾ ਲੱਗਦਾ। direct and honest ਆਪਾਂ directly ਵੀ ਨਹੀਂ ਦੇ ਸਕਦੇ। opinion based, ਠੀਕ ਹੈ। which of the following are, ਬੇਟਾ ਰੁਕ ਜਾਓ, R ਲਿਖਿਆ ਹੋਇਆ ਨਾ, which of the following are, ਠੀਕ ਹੈ, effective component। ਤਾਂ R ਵਾਸਤੇ ਫਿਰ ਪਹਿਲੀ ਨੂੰ ਛੱਡ ਕੇ B ਵੀ ਆ ਤੇ D ਵੀ ਆ। ਓਕੇ okay जी। ਹਾਂ, ਤੇ ਬਸ ਇੰਨਾ ਕੀ ਸੀ ਅੱਜ ਦਾ ਲੈਸਨ ਰਾਜੇ, ਠੀਕ ਹੈ। ਤਾਂ ਜਿਹੜਾ ਅੱਜ ਦਾ ਲੈਸਨ ਸੀ ਉਹ ਕੀ ਸੀ ਆਪਣਾ? ਕਮਿਊਨੀਕੇਸ਼ਨ ਕੀ ਸੀ? ਸਾਈਕਲ ਐਂਡ ਇੰਪੋਰਟੈਂਸ ਆਫ ਫੀਡਬੈਕ, ਠੀਕ ਹੈ। ਤਾਂ ਸਾਰਿਆਂ ਨੂੰ ਆਈ ਹੋਪ ਲੈਸਨ ਅੱਜ ਦਾ ਸਮਝ ਆ ਗਿਆ ਹੋਵੇਗਾ। ਸਾਰੇ ਜਣੇ हाँ जी। ਆਪਣੀ ਵੀਡੀਓ ਔਨ ਕਰ ਲਓ ਇੱਕ ਵਾਰ। मैं स्क्रीनशॉट ले लेंगी। हाँ जिन्हें तो देख कितनी हंसी आ रही है। रमनप्रीत तू कित्थे रह गई? संदीप कौर आल्सो। चलो मैं स्क्रीनशॉट ले लेनी है, ठीक है। हाँ जी सारे जने ना अपना काम पूरा कर लियो, ठीक है। ਤੇ ਮੈਨੂੰ ਤੁਸੀਂ ਆਪਣੀਆਂ ਕਾਪੀਆਂ ਆ ਕੇ ਚੈੱਕ ਕਰਵਾ ਦਿਓ ਸਾਰੇ ਜਣੇ, ਠੀਕ ਹੈ। ਜਿਹੜੇ ਬੱਚੇ ਨਹੀਂ ਕਲਾਸ ਲਗਾਉਂਦੇ ਰਮਨ, ਉਹਨਾਂ ਨੂੰ ਪਰਸਨਲੀ ਰਮਨ ਬਲਜੋਤ ਜਿੰਨੇ ਵੀ ਤੁਸੀਂ ਹੈਗੇ ਹੋ ਆਨਲਾਈਨ ਸਾਰੇ ਜਣੇ ਉਹਨਾਂ ਨੂੰ ਕਹਿ ਦਿਓ, ਜਿਹੜੀ ਕੁੜੀਆਂ ਆਨਲਾਈਨ ਨਹੀਂ ਆ ਰਹੀਆਂ, ਠੀਕ ਹੈ, ਉਹਨਾਂ ਨੂੰ ਕਹਿ ਦਿਓ, ਫਿਰ ਨਹੀਂ ਤਾਂ ਕੰਮ ਪਿੱਛੇ ਰਹਿ ਜੂ ਤੁਹਾਡਾ, ਠੀਕ ਹੈ ਰਾਜੇ। ठीक है जी। ਓਕੇ ਰਾਜੇ, ਬਾਏ ਬਾਏ, ਟੇਕ ਕੇਅਰ। बाय बाय जी।